Subscribe now and press the bell icon. Never miss an update. ਪੰਜਾਬ ਨੂੰ ਦੁਨੀਆ ਭਰ ਦੇ ਵਿੱਚ ਡਿਸਟਰਬ ਵਿਖਾਇਆ ਜਾਂਦਾ, ਬਾਕੀ ਸਾਰੇ ਏਰੀਆ ਤੋਂ ਬਾਰਡਰ ਖੁੱਲੇ ਆ ਹਿੰਦੁਸਤਾਨ ਦੀਆਂ ਸਟੇਟਾਂ ਤੋਂ, ਕੇਵਲ ਪੰਜਾਬ ਤੋਂ ਨਹੀਂ ਖੋਲਿਆ ਜਾ ਸਕਦਾ। ਉਹ ਤੇ ਚਾਹੁੰਦੇ ਆ ਕਿ ਪੰਜਾਬ ਦੇ ਬੱਚੇ ਜਾਂ ਤੇ ਬਾਹਰ ਚਲੇ ਜਾਣ ਤੇ ਜਾਂ ਜਿਹੜੇ ਉਹ ਹਥਿਆਰ ਚੁੱਕ ਲੈਣ। ਸਾਥੀਓ, ਮੈਂ ਗੱਲ ਕਰਨ ਲੱਗਾ ਪੰਜਾਬ ਦੇ ਇਤਿਹਾਸ ਦੀ, ਅੱਜ ਦੀ ਤੇ ਇਹਦੇ ਆਉਣ ਵਾਲੇ ਹਾਲਾਤਾਂ ਦੀ, ਵੀ ਕੀ ਇਹਦੇ ਨਾਲ ਵਾਪਰਦਾ ਰਿਹਾ, ਕੀ ਇਹਦੇ ਨਾਲ ਸਾਜ਼ਿਸ਼ਾਂ ਹੁੰਦੀਆਂ ਰਹੀਆਂ। ਪੰਜਾਬ ਪੰਜ ਆਬ ਇਹਦਾ ਨਾਂ ਸੀਗਾ, ਇਹ ਪਰਸ਼ੀਅਨ ਭਾਸ਼ਾ ਦੇ ਵਿੱਚ ਲਿਆ ਗਿਆ ਸੀਗਾ ਵੀ ਪੰਜ, ਤੇ ਆਬ ਕਹਿੰਦੇ ਦਰਿਆ ਨੂੰ, ਵੀ ਪੰਜ ਦਰਿਆ ਇੱਥੇ ਵਗਦੇ ਸੀਗੇ, ਬਿਆਸ, ਚਨਾਬ, ਜੇਹਲਮ, ਰਾਵੀ ਤੇ ਸਤਲੁਜ। ਇਹ ਪੰਜਾਂ ਦਰਿਆਵਾਂ ਦੀ ਧਰਤੀ ਸੀਗੀ। ਔਰ ਸਭ ਤੋਂ ਵੱਡਾ ਤੇ ਸਭ ਤੋਂ ਵਧੀਆ ਜਿਹੜਾ ਰਾਜ ਕੀਤਾ ਇਹਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ 1801 ਤੋਂ 1839 ਤੱਕ ਕੀਤਾ। ਉਦੋਂ ਕਿਸੇ ਦਾ ਵਸ ਨਹੀਂ ਸੀ ਚੱਲਦਾ, ਸਾਜ਼ਿਸ਼ਾਂ ਬੜੀਆਂ ਕਰਦੇ ਸੀਗੇ, ਉਹਦੇ ਉੱਤੇ ਕਿਸੇ ਦਾ ਵਸ ਨਹੀਂ ਸੀ ਚੱਲਦਾ। ਤੇ ਉਦੋਂ ਇਹਦਾ ਏਰੀਆ ਜਿਹੜਾ ਸਭ ਤੋਂ ਵੱਡਾ ਏਰੀਆ ਉਦੋਂ ਸੀਗਾ 4,91,000 ਤੇ 464 ਕਿਲੋਮੀਟਰ ਇਹਦਾ ਸਾਰੇ ਪੰਜਾਬ ਦਾ ਏਰੀਆ ਸੀਗਾ। ਔਰ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਸ਼ਾਹ ਮੁਹੰਮਦ ਲਿਖਦੇ ਆ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ, ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ, ਕੋਟ ਨਵਾਏ ਗਿਆ, ਤਿੱਬਤ ਦੇਸ਼, ਲਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਦਾ ਚਲਾਏ ਗਿਆ, ਸ਼ਾਹ ਮੁਹੰਮਦ ਦਾ ਜਾਨ 50 ਬਰਸਾਂ, ਅੱਛਾ ਰੱਜ ਕੇ ਰਾਜ ਕਮਾਏ ਗਿਆ। ਇਹ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਸ਼ਾਹ ਮੁਹੰਮਦ ਨੇ ਲਿਖਿਆ ਸੀਗਾ। ਔਰ 1839 ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਜਾਂਦੀ ਆ, ਸਭ ਤੋਂ ਅਖੀਰ ਦੇ ਵਿੱਚ 1848-49 ਦੇ ਵਿੱਚ ਜਾ ਕੇ ਅਖੀਰ 'ਚ ਸਾਰਾ ਭਾਰਤ ਜਿੱਤਣ ਤੋਂ ਬਾਅਦ, ਸਾਰਾ ਹਿੰਦੁਸਤਾਨ ਜਿੱਤਣ ਤੋਂ ਬਾਅਦ ਅੰਗਰੇਜ਼ 1848-49 ਦੇ ਵਿੱਚ ਇਹਦੇ ਉੱਤੇ ਕਬਜ਼ਾ ਕਰਦੇ ਆ। ਉਦੋਂ ਜਦੋਂ ਉਹਨਾਂ ਕਬਜ਼ਾ ਕੀਤਾ, ਇਹਦਾ ਏਰੀਆ ਰਹਿ ਗਿਆ ਸੀਗਾ, ਕਿਉਂਕਿ ਉਹਨਾਂ ਦੇ ਪਰਿਵਾਰ 'ਚ ਜਿਹੜਾ ਪਾੜ ਪੈ ਗਿਆ ਸੀਗਾ, ਉਹਦਾ ਏਰੀਆ ਰਹਿ ਗਿਆ ਸੀ 3,58,000 ਤੇ 354 ਕਿਲੋਮੀਟਰ ਦੇ ਕਰੀਬ, ਜਿਹੜਾ ਅੱਜ ਦੇ ਜਰਮਨੀ ਦੇ ਬਰਾਬਰ ਆ। ਫਿਰ 100 ਸਾਲ ਬਾਅਦ, 100 ਸਾਲ 1848 ਤੋਂ ਲੈ ਕੇ ਤੇ 1947 ਤੱਕ ਪੰਜਾਬੀਆਂ ਨੇ ਸਭ ਤੋਂ ਵੱਡਾ ਜਿਹੜਾ ਯੋਗਦਾਨ ਆ ਅੰਗਰੇਜ਼ਾਂ ਦੇ ਖਿਲਾਫ ਲੜਾਈ 'ਚ ਪਾਇਆ, ਜਿਹੜੀ 1947 ਨੂੰ ਦੇਸ਼ ਨੂੰ ਆਜ਼ਾਦੀ ਮਿਲਦੀ ਹੈ। ਔਰ ਜਦੋਂ ਦੇਸ਼ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ, ਭਾਰਤ ਤੇ ਪਾਕ ਦੇ ਵਿੱਚ, ਉਦੋਂ ਦੋਹਾਂ ਸਰਕਾਰਾਂ ਨੂੰ ਇਹ ਡਰ ਸੀਗਾ ਕਿ ਇਹ ਲੋਕ ਇਕੱਠੇ ਹੋ ਕੇ ਕੱਲ ਨੂੰ ਫੇਰ ਕੋਈ ਸਾਡੇ ਵਿਰੁੱਧ ਲਹਿਰ ਨਾ ਚਲਾ ਸਕਣ। ਔਰ ਵੰਡ ਸਾਜ਼ਿਸ਼ ਦੇ ਤਹਿਤ ਅੱਧਾ ਜਿਹੜਾ ਪੰਜਾਬ ਆ ਉਹ ਪਾਕਿਸਤਾਨ ਦੇ ਵਿੱਚ ਦੇ ਦਿੱਤਾ ਗਿਆ ਤੇ ਅੱਧਾ ਭਾਰਤ ਦੇ ਵਿੱਚ ਆ ਗਿਆ, ਤੇ ਸਾਡੇ ਕੋਲ ਰਹਿ ਗਏ 2.5 ਆਬ 2, ਤੇ ਅੱਧਾ ਜਿਹੜਾ ਰਾਵੀ, ਬਿਆਸ, ਸਤਲੁਜ ਤੇ ਅੱਧਾ ਰਾਵੀ ਸਾਡੇ ਵਿੱਚ ਵਗਦਾ। ਉਦੋਂ ਸਾਡਾ ਏਰੀਆ ਜਿਹੜਾ ਵੰਡਣ ਤੋਂ ਬਾਅਦ ਰਹਿ ਗਿਆ ਅੱਧਾ ਇਹਨਾਂ ਕਰ ਦਿੱਤਾ, 1.5 ਤੋਂ 2 ਲੱਖ ਕਿਲੋਮੀਟਰ ਦੇ ਕਰੀਬ, ਜਿਹਦੇ ਵਿੱਚ ਆਉਂਦਾ ਸੀਗਾ ਪੰਜਾਬ, ਹਰਿਆਣਾ, ਹਿਮਾਚਲ ਤੇ ਆ ਚੰਡੀਗੜ੍ਹ, ਜਿੱਥੇ ਸਾਰੇ ਵਜ਼ੀਰ ਤੇ ਮੰਤਰੀ ਬਹਿੰਦੇ ਆ, ਜਿੱਥੋਂ ਸਾਰੀਆਂ ਸਰਕਾਰਾਂ ਚੱਲਦੀਆਂ 2 ਸਟੇਟਾਂ ਦੀਆਂ। ਇਹ ਸਾਰਾ ਏਰੀਆ ਪੰਜਾਬ ਦੇ ਵਿੱਚ ਸੀਗਾ। 1960 ਤੱਕ ਪੰਜਾਬ ਦੇਸ਼ ਦਾ ਸਭ ਤੋਂ ਵੱਧ ਖੁਸ਼ਹਾਲ ਸੂਬਾ ਸੀਗਾ। ਤੇ ਜਦੋਂ ਦੇਸ਼ ਦੇ ਵਿੱਚ ਫੂਡ ਕ੍ਰਾਈਸਿਸ, ਜਦੋਂ ਰੋਟੀ ਦਾ ਸੰਕਟ ਆਉਂਦਾ ਵਾ, ਤੇ ਇਹਨੂੰ ਦੇਸ਼ ਨੂੰ ਪੰਜਾਬ ਨੇ ਬਾਹਰ ਇਹਦੇ ਵਿੱਚੋਂ ਕੱਢਿਆ ਸੀਗਾ, ਬਾਹਰ ਗ੍ਰੀਨ ਰੈਵੋਲੂਸ਼ਨ ਜਿਹੜਾ ਉਹ ਚਲਾ ਕੇ। ਇੱਥੇ ਹੀ ਬਸ ਨਹੀਂ ਹੁੰਦੀ, ਪੰਜਾਬ ਦੀ ਜਿਹੜੀ ਖੁਸ਼ਹਾਲੀ ਇਹਨਾਂ ਲੋਕਾਂ ਕੋਲੋਂ ਬਰਦਾਸ਼ਤ ਹੀ ਨਹੀਂ ਹੁੰਦੀ। 1966 ਦੇ ਵਿੱਚ ਫਿਰ ਇੱਕ ਲਹਿਰ ਚਲਾ ਕੇ, ਇੱਕ ਮੂਵਮੈਂਟ ਚਲਾ ਕੇ 1966 ਦੇ ਵਿੱਚ ਪੰਜਾਬ ਨੂੰ 3-4 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ, ਜਿਹਦੇ ਵਿੱਚੋਂ ਹਰਿਆਣਾ, ਹਿਮਾਚਲ, ਚੰਡੀਗੜ੍ਹ ਇਹ ਜਿਹੜੇ ਅੱਡ ਕੱਢ ਕੇ ਬਾਹਰ ਦੇ ਦਿੱਤੇ। ਪੰਜਾਬ ਦੇ ਜਿੰਨੇ ਸੋਹਣੇ ਪਹਾੜ ਸੀਗੇ ਸਾਰੇ ਕੱਢ ਕੇ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤੇ। ਤੇ ਜਿਹੜਾ ਪੰਜਾਬ ਦਾ ਟੂਰਿਜ਼ਮ ਸਰੋਤ ਸੀਗਾ, ਸੈਰ ਸਪਾਟਾ ਜਿਹੜਾ ਉਹਦਾ ਸੀਗਾ, ਜਿਹਦੇ ਤੋਂ ਸਾਨੂੰ ਕਮਾਈ ਆਉਣੀ ਸੀਗੀ, ਉਹ ਸਾਜ਼ਿਸ਼ਾਂ ਦੇ ਤਹਿਤ ਅੱਡ ਕਰਕੇ ਤੇ ਹਿਮਾਚਲ ਦੇ ਵਿੱਚ ਦੇ ਦਿੱਤਾ ਗਿਆ। ਉਸ ਤੋਂ ਬਾਅਦ ਰਹਿ ਗਈ ਪੰਜਾਬ ਕੋਲ ਖੇਤੀ ਤੇ ਇੰਡਸਟਰੀ, ਤੇ ਏਰੀਆ ਸਾਡੇ ਪੰਜਾਬ ਦਾ ਰਹਿ ਗਿਆ 4,91,000 ਤੋਂ ਲੈ ਕੇ 50,362 ਕਿਲੋਮੀਟਰ। ਹਿਮਾਚਲ ਵੀ ਸਾਡੇ ਨੂੰ 500-700-800 ਕਿਲੋਮੀਟਰ ਵੱਧ ਹੋਊਗਾ। ਇੰਨਾ ਛੋਟਾ ਜਿਹਾ ਪੰਜਾਬ ਜਿਹੜਾ ਸਾਡਾ ਬਣਾ ਦਿੱਤਾ ਗਿਆ। ਇੱਥੇ ਹੀ ਬਸ ਨਹੀਂ ਹੁੰਦੀ ਇਹਨਾਂ ਸਾਜ਼ਿਸ਼ਾਂ ਦੀ। ਫਿਰ ਪੰਜਾਬ ਦੇ ਵਿੱਚ 1978 ਦੇ ਵਿੱਚ ਲੈ ਕੇ ਆਂਦਾ ਗਿਆ ਕਾਲਾ ਦੌਰ, ਜਿਹਦੇ ਵਿੱਚ ਕਈ ਨੌਜਵਾਨ ਮਰੇ, ਹਿੰਦੂ, ਸਿੱਖ, ਪੁਲਿਸ ਵਾਲੇ ਮਰੇ, ਤੇ ਯਾਰ ਸਾਡੇ ਪੰਜਾਬ ਦੇ ਹੀ ਨਾ, ਸਾਜ਼ਿਸ਼ ਤੇ ਸਾਡੇ ਪੰਜਾਬ ਨਾਲ ਹੀ ਹੋਈ ਨਾ। 15 ਸਾਲ ਪੰਜਾਬ ਨੇ ਇਹ ਐਡਾ ਵੱਡਾ ਸੰਤਾਪ ਹੰਢਾਇਆ ਤੇ ਆਪਣੀ ਜਵਾਨੀ ਦਾ ਜਿਹੜਾ ਘਾਣ ਕੀਤਾ। ਤੇ ਇਹਦੇ ਨਾਲ ਜਦੋਂ ਦੌਰ ਮਾੜਾ ਸੀਗਾ, ਕਾਲਾ ਦੌਰ, ਇੱਕ ਸਰੋਤ ਸਾਡੇ ਪੰਜਾਬ ਦਾ ਹੋਰ ਖਤਮ ਹੋ ਗਿਆ, ਉਹ ਸੀਗਾ ਇੰਡਸਟਰੀ। ਟੂਰਿਜ਼ਮ ਦੇ ਨਾਲ ਸਾਡੀ ਇੰਡਸਟਰੀ ਵੀ ਖਤਮ ਕਰਕੇ ਰੱਖ ਦਿੱਤੀ। ਇਹ 2 ਜਿਹੜੇ ਮੇਜਰ ਸਰੋਤ ਸੀਗੇ ਪੰਜਾਬ ਦੇ ਵਿੱਚੋਂ ਕੱਢ ਲਏ ਗਏ। ਅੱਜ ਦੇ ਹਾਲਾਤ
ਮੈਂ ਹੁਣ ਇਹ ਤੇ ਸੀ ਇਤਿਹਾਸ। ਹੁਣ ਮੈਂ ਹੁਣ ਦੇ ਹਾਲਾਤਾਂ ਦੀ ਗੱਲ ਤੁਹਾਡੇ ਨਾਲ ਕਰਨ ਲੱਗਾ ਕਿ ਸਾਜ਼ਿਸ਼ਾਂ ਪੰਜਾਬ ਦੇ ਨਾਲ ਹੁਣ ਵੀ ਹੋ ਰਹੀਆਂ, ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਤੇ ਪੰਜਾਬ ਖਤਮ ਹੋ ਰਿਹਾ। ਫਿਰ ਪੰਜਾਬ 'ਚ ਲਿਆਂਦਾ ਗਿਆ ਨਸ਼ੇ ਦਾ, ਜਿਹਨੂੰ ਛੇਵਾਂ ਦਰਿਆ ਕਹਿੰਦੇ ਆ, ਚਿੱਟੇ ਦਾ ਦਰਿਆ। ਪਿਛਲੇ 20 ਸਾਲਾਂ ਦੇ ਵਿੱਚ ਪੰਜਾਬ ਦੀ ਜਵਾਨੀ ਦਾ ਘਾਣ ਜਿਹੜਾ ਨਸ਼ਿਆਂ ਦੇ ਨਾਲ ਕੀਤਾ, ਬੇਇੰਤਹਾ ਨਸ਼ਾ ਜਿਹੜਾ ਬਾਰਡਰਾਂ ਤੋਂ ਪੰਜਾਬ ਦੇ ਵਿੱਚ ਆਉਂਦਾ ਵਾ। ਮੈਂ ਪੁੱਛਣਾ ਚਾਹੁੰਦਾ ਕਿ ਜਿਨ੍ਹਾਂ ਬਾਰਡਰਾਂ ਦੇ ਉੱਤੇ 7-8 ਏਜੰਸੀਆਂ ਦੇਸ਼ ਦੀਆਂ ਕੰਮ ਕਰਦੀਆਂ ਹੋਣ, ਜਿਹਦੇ ਵਿੱਚ ਆ ਨੈਸ਼ਨਲ ਸਿਕਿਉਰਿਟੀ ਕਾਉਂਸਲ, IB, ਰਾ, ED, INA, NSG, NSI, ਇਹੋ ਜਿਹੀਆਂ ਏਜੰਸੀਆਂ ਕੰਮ ਕਰਦੀਆਂ ਹੋਣ ਤੇ ਇਹਦੇ ਨਾਲ ਹੋਰ ਏਜੰਸੀਆਂ ਕੰਮ ਕਰਦੀਆਂ ਹੋਣ, ਫਿਰ ਨਸ਼ੇ ਦੀ ਇੱਕ ਪੁੜੀ ਵੀ ਬਾਰਡਰ ਤੋਂ ਕਿੱਦਾਂ ਆ ਸਕਦੀ ਆ? ਫਿਰ ਨਸ਼ਾ ਜਿਹੜਾ ਪੰਜਾਬ ਸਰਕਾਰਾਂ ਦੀ ਮਰਜ਼ੀ ਤੋਂ ਬਿਨਾ ਬਾਰਡਰ ਕਿਵੇਂ ਟੱਪ ਸਕਦਾ ਵਾ? ਇਹਨਾਂ ਦੀ ਸਹਿਮਤੀ ਆ ਸਾਡੀ ਸੂਬੇ ਦਾ ਜਿਹੜਾ ਉਹ ਘਾਣ ਕਰਨ ਲਈ। ਸਾਡੇ ਸੂਬੇ ਦੇ ਵਿੱਚ ਅਥਾਹ ਜਿਹੜਾ ਨਸ਼ਾ ਫੈਲਾਇਆ ਗਿਆ ਤੇ ਨੌਜਵਾਨ ਜਿਹੜਾ ਨਸ਼ਿਆਂ ਦੇ ਵਿੱਚ ਮਾਰ ਦਿੱਤਾ ਗਿਆ। ਤੇ ਸਾਡੀਆਂ ਸਰਕਾਰਾਂ ਜਦੋਂ ਨਸ਼ਾ ਬਾਹਰੋਂ ਆਉਂਦਾ ਵਾ ਨਾ, ਉਹਦੇ ਵਿੱਚੋਂ ਖੇਪਾਂ ਮਤਲਬ ਕੁਇੰਟਲਾਂ ਦੇ ਹਿਸਾਬ ਨਾਲ ਆਉਂਦਾ ਤੇ ਮੁੱਠੀ ਭਰ ਜਿਹੜਾ ਉਹ ਫੜ ਲੈਂਦੇ ਉਹਦੇ ਵਿੱਚੋਂ ਨਸ਼ਾ, ਤੇ ਮੁੱਠੀ ਭਰ ਹਥਿਆਰ ਫੜ ਕੇ ਇਹਨੂੰ ਆਪਣੀ ਉਪਲਬਧੀ ਦੱਸਦੇ ਆ। ਮੈਂ ਤੇ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਨਸ਼ਾ ਆਉਂਦਾ, ਜੇ ਉਹਦੇ ਵਿੱਚੋਂ ਤੁਸੀਂ ਚੰਦ ਨਸ਼ਾ ਜਾਂ ਹਥਿਆਰ ਫੜ ਲੈਂਦੇ ਹੋ, ਤੇ ਤੁਹਾਡੀ ਉਪਲਬਧੀ ਨਹੀਂ ਹੈ। ਜਿਹੜਾ ਨਸ਼ਾ ਨਹੀਂ ਫੜਿਆ ਜਾਂਦਾ ਜਾਂ ਜਿਹੜਾ ਨਸ਼ਾ ਆਉਂਦਾ ਵਾ, ਉਹ ਤੁਹਾਡੀ ਨਾਕਾਮੀ ਹੈ। ਕਦੀ ਅਫਸਰਾਂ ਦੇ ਖਿਲਾਫ ਵੀ ਕਾਰਵਾਈ ਹੋਈ ਵੀ ਇੱਥੇ ਨਸ਼ਾ ਆਇਆ ਕਿਉਂ, ਹਥਿਆਰ ਆਏ ਕਿਉਂ? ਕਦੀ ਤੁਸੀਂ ਕਿਸੇ SHO ਨੂੰ, ਕਿਸੇ ਅਫਸਰ ਨੂੰ, ਚਾਹੇ ਉਹ ਫੌਜ ਦਾ ਹੋਵੇ, ਚਾਹੇ ਉਹ ਜਿਹੜੀ ਮਰਜ਼ੀ ਏਜੰਸੀ ਦਾ ਹੋਵੇ, ਉਹਦੇ ਉੱਤੇ ਤੁਸੀਂ ਕਦੀ ਕਾਰਵਾਈ ਹੁੰਦੀ ਵੇਖੀ ਆ? ਇੱਥੇ ਹੀ ਤਸੱਲੀ ਨਹੀਂ ਹੁੰਦੀ ਹੁਕਮਰਾਨਾਂ ਦੀ। ਇੰਨਾ ਪੰਜਾਬ ਦਾ ਘਾਣ ਕਰਕੇ ਫਿਰ 20 ਸਾਲ ਤੋਂ ਇਹਦੇ ਨਾਲ ਪੰਜਾਬ ਦੇ ਵਿੱਚ ਇੱਕ ਦੌਰ ਚਲਾਇਆ, ਲੋਕਾਂ ਦੇ ਰੁਜ਼ਗਾਰ ਖੋਹ ਕੇ, ਲੋਕਾਂ ਦੇ ਕੋਲੋਂ ਸਾਰਾ ਕੰਮਕਾਰ ਜਿਹੜਾ ਪੰਜਾਬ ਦੇ ਸਰੋਤ ਸੀਗੇ ਉਹ ਖੋਲੇ। ਜਿਹੜਾ ਲੋਕਾਂ ਨੇ ਜਿਹਦੇ ਸਿਰ ਦੇ ਉੱਤੇ ਕਾਰੋਬਾਰ ਕਰਨਾ ਸੀਗਾ, ਸਾਰੇ ਪੰਜਾਬ ਦੇ ਜਿੰਨੇ ਸਰੋਤ ਆ ਕਮਾਈ ਦੇ, ਸਾਰਿਆਂ ਦੇ ਉੱਤੇ ਪੋਲੀਟੀਸ਼ੀਅਨ ਦਾ ਕਬਜ਼ਾ ਵਾ। ਕੀ ਰੇਤਾ, ਕੀ ਸ਼ਰਾਬ, ਕੀ ਟਰਾਂਸਪੋਰਟ, ਜਿਹੜੇ ਵੀ ਲੋਕਾਂ ਨੂੰ ਰੁਜ਼ਗਾਰ ਦੇਣੇ ਸੀ, ਹਰ ਚੀਜ਼ ਦੇ ਉੱਤੇ ਪੋਲੀਟੀਸ਼ੀਅਨ ਨੇ ਕਬਜ਼ਾ ਕਰ ਲਿਆ। ਲੋਕਾਂ ਕੋਲ ਤਰੱਕੀ ਦੇ ਸਾਧਨ, ਰੁਜ਼ਗਾਰ ਦੇ ਸਾਧਨ ਹੀ ਨਹੀਂ ਬਚੇ, ਉਹਨਾਂ ਦੇ ਉੱਤੇ ਇਹਨਾਂ ਸੱਤਾਧਾਰੀਆਂ ਨੇ ਕਬਜ਼ਾ ਕਰ ਲਿਆ। ਜਿਹੜੇ ਵੀ ਆਉਂਦੇ ਆ, ਤਾਂ ਜੋ ਇਹ ਕੀਤਾ ਕਿਉਂ? ਇਹ ਵੀ ਬੜੀ ਵੱਡੀ ਸਾਜ਼ਿਸ਼ ਆ ਕਿ ਲੋਕਾਂ ਕੋਲ ਰੁਜ਼ਗਾਰ ਬਚੇ ਹੀ ਨਾ, ਬੱਚੇ ਬਾਹਰਲੇ ਮੁਲਕਾਂ ਦੇ ਵਿੱਚ ਰੁਜ਼ਗਾਰ ਲੱਭਣ ਲਈ ਆਪਣਾ ਜਿਹੜਾ ਉਹ ਰੁੱਖ ਕਰ ਲੈਣ, ਤੇ ਬਾਹਰਲੇ ਮੁਲਕਾਂ 'ਚ ਸਾਡੇ ਬੱਚੇ ਜਿਹੜੇ ਰੁਜ਼ਗਾਰ ਲੱਭਦੇ ਫਿਰਦੇ ਆ। ਅੱਜ ਪੰਜਾਬ ਦਾ 20 ਸਾਲਾਂ ਤੋਂ ਅੱਜ ਤੱਕ ਲੱਖ ਤੋਂ ਸਵਾ ਲੱਖ ਬੱਚਾ ਜਿਹੜਾ ਉਹ ਬਾਹਰ ਜਾ ਰਿਹਾ ਵਾ। ਇਹ ਵੀ ਇੱਕ ਬੜੀ ਵੱਡੀ ਸਾਜ਼ਿਸ਼ ਦੇ ਤਹਿਤ ਬੱਚਿਆਂ ਨੂੰ ਬਾਹਰ ਭੇਜਿਆ ਗਿਆ। ਸਰਕਾਰ ਨੇ, ਮੈਂ ਕਹਿੰਦਾ ਜਿਹੜੀ ਸਰਕਾਰ ਨੇ ਸਾਡੇ ਬੱਚਿਆਂ ਨੂੰ ਰੁਜ਼ਗਾਰ ਤੇ ਨੌਕਰੀਆਂ ਦੇਣੀਆਂ ਸੀਗੀਆਂ, ਇਸ ਤੋਂ ਵੱਡੀ ਜਿਹੜੀ ਸ਼ਰਮ ਵਾਲੀ ਕੀ ਗੱਲ ਹੋ ਸਕਦੀ ਆ ਕਿ ਪੰਜਾਬ ਸਰਕਾਰ ਵੱਲੋਂ ਇਹ ਤੇ ਸਾਰੀਆਂ ਹੱਦਾਂ ਹੀ ਪਾਰ ਕਰ ਗਈ ਨਾ ਸਰਕਾਰ। ਇੱਕ ਸਰਕਾਰੀ ਟੈਂਡਰ ਲਾਇਆ ਗਿਆ ਤੇ ਹਰ DC ਆਫਿਸ ਦੇ ਵਿੱਚ ਇੱਕ ਪਿਰਾਮਿਡ ਸੈਂਟਰ ਖੋਲ੍ਹਿਆ ਗਿਆ ਕਿ ਜਿੰਨੇ ਵੀ ਬੱਚੇ ਬਾਹਰ ਜਾਣੇ ਆ ਉਹ ਇਸ ਦਫ਼ਤਰ ਰਾਹੀਂ ਜਾਣ, ਔਰ DC ਦਫ਼ਤਰ ਦੇ ਵਿੱਚ ਉਹਨਾਂ ਬੱਚਿਆਂ ਦੀ ਹਰ ਜ਼ਿਲ੍ਹੇ ਦੇ ਵਿੱਚ ਕਾਉਂਸਲਿੰਗ ਹੁੰਦੀ ਆ। ਸਾਡੀ ਸਰਕਾਰ ਜਿਹਨੇ ਬੱਚਿਆਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀਗਾ, ਉਹਨੇ ਸਾਡੇ ਬੱਚਿਆਂ ਨੂੰ ਬਾਹਰ ਭੇਜਣ ਦਾ ਠੇਕਾ ਲੈ ਲਿਆ, ਔਰ ਇਹਦੇ ਵਿੱਚੋਂ ਜਿਹੜਾ ਉਹਨਾਂ ਨੂੰ ਕਮਿਸ਼ਨ ਆਉਂਦੀ ਆ, ਸਾਡੇ ਸੂਬੇ ਦੀ ਜਵਾਨੀ ਤੇ ਬੱਚੇ ਜਿਹੜੇ ਸਰਕਾਰ ਵੱਲੋਂ ਹੀ ਵੇਚੇ, ਜਿਹੜੇ ਜਾਣੇ ਸ਼ੁਰੂ ਕਰ ਦਿੱਤੇ ਬਾਹਰਲੇ ਮੁਲਕਾਂ ਨੂੰ। ਤਾਂ ਜੋ ਇਹ ਕਰਦੇ ਕਿਉਂ ਨੇ? ਇਹ ਵੀ ਵੱਡੀ ਸਾਜ਼ਿਸ਼ ਹੈ। ਇਹਦੇ ਉੱਤੇ ਸੋਚਣ ਵਿਚਾਰਨ ਦੀ ਲੋੜ ਆ, ਤਾਂ ਜੋ ਪੜ੍ਹੇ ਲਿਖੇ ਲੋਕ, ਬੱਚੇ ਸਾਡੇ, ਇਨਕਲਾਬੀ ਜਿਹੜੀ ਜਵਾਨੀ ਆ ਸਾਡੀ, ਉਹ ਬਾਹਰ ਚਲੀ ਜਾਵੇ, ਤੇ ਇਹ ਲੋਕ ਇਹਨਾਂ ਗੂੰਗਿਆਂ ਬੋਲਿਆਂ ਤੇ ਅਨਪੜ੍ਹਾਂ ਤੇ ਸਾਡੇ ਵਰਗਿਆਂ ਤੇ ਰਾਜ ਕਰਦੇ ਰਹਿਣ। ਇਸ ਤੋਂ ਅਗਲਾ ਕਦਮ ਪੰਜਾਬ ਦੇ ਘਾਣ ਦਾ, ਇਹਨਾਂ ਪੰਜਾਬ ਦੀ ਸਿੱਖਿਆ ਖਤਮ ਕਰਕੇ ਰੱਖ ਦਿੱਤੀ। ਵੀ ਸਿੱਖਿਆ ਨੀਤੀ ਤੁਸੀਂ ਵੇਖੋ, ਜਿਸ ਸਟੇਟ ਦੇ ਵਿੱਚ ਸਕੂਲਾਂ ਨਾਲੋਂ ਵੱਧ ਸ਼ਰਾਬ ਦੇ ਠੇਕੇ ਹੋਣ, ਅਧਿਆਪਕਾਂ ਨਾਲੋਂ ਵੱਧ ਗਿਣਤੀ ਦੇ ਵਿੱਚ ਸ਼ਰਾਬ ਵੇਚਣ ਵਾਲਿਆਂ ਦੀ ਗਿਣਤੀ ਹੋਵੇ, ਜਿਸ ਸੂਬੇ ਦੇ ਵਿੱਚ ਮਾਪੇ ਬੱਚਿਆਂ ਦੀਆਂ ਕਿਤਾਬਾਂ ਨਾਲੋਂ ਸ਼ਰਾਬ ਨੂੰ ਤਵੱਜੋ ਦਿੰਦੇ ਹੋਣ, ਉਸ ਸੂਬੇ ਦਾ ਜਿਹੜਾ ਅੰਤ ਆ ਉਹ ਬਿਲਕੁਲ ਹੀ ਨਿਸ਼ਚਿੰਤ ਆ। ਇਹ ਕੰਪੀਟੀਸ਼ਨ ਦਾ ਯੁੱਗ ਆ। ਅੱਜ ਦੀ ਤਰੀਕ ਦੇ ਵਿੱਚ ਕੋਈ ਬੱਚਾ 90-95% ਜਿਹੜੇ ਨੰਬਰ ਲੈ ਕੇ, ਮਾਰਕਸ ਲੈ ਕੇ ਉਹ ਘਰ ਆਉਂਦਾ ਨਾ, ਤੇ ਉਹਨੂੰ ਵੀ ਉਨੀ ਅਹਿਮੀਅਤ ਨਹੀਂ ਦਿੱਤੀ ਜਾਂਦੀ। ਮਾਂ-ਬਾਪ ਆਂਦੇ ਆ ਵੀ ਤੇਰੇ ਘੱਟ ਕਿਉਂ ਆਏ, 98 ਕਿਉਂ ਨਹੀਂ ਆਏ, 99 ਕਿਉਂ ਨਹੀਂ ਆਏ। ਤੇ ਸਾਡੀ ਸਟੇਟ ਦਾ ਵੇਖੋ, ਇਹਦਾ ਰਵੱਈਆ ਵੇਖੋ, ਪੜ੍ਹਾਈ ਦੇ ਪ੍ਰਤੀ ਇਹਦੀ ਨੀਤੀ ਵੇਖੋ। ਜਿੱਥੇ 95-96% ਬੱਚਿਆਂ ਨੂੰ ਵੀ ਜਗ੍ਹਾ ਨਹੀਂ ਮਿਲਦੀ, ਸਾਡੀ ਸਟੇਟ ਨੇ ਜਿਹੜੇ 33%, ਜਦੋਂ ਅਸੀਂ 10ਵੀਂ 12ਵੀਂ ਕਰਦੇ ਹਾਂ, ਹਰ 33% ਮਾਰਕਸ ਚਾਹੀਦੇ ਹੁੰਦੇ ਹਰ ਕਲਾਸ ਦੇ ਵਿੱਚ, ਵੀ 100 ਚੋਂ 33 ਨੰਬਰ ਆਉਣਗੇ ਤੇ ਇਹਨੇ ਪਾਸ ਹੋਣਾ। ਉਹਦੀ ਜਿਹੜੀ ਮਿਆਦ ਘਟਾ ਕੇ ਵੀ 20% ਕਰ ਦਿੱਤੀ, ਵੀ 20% ਵਾਲਾ, 100 ਚੋਂ 20 ਨੰਬਰ ਲੈਣ ਵਾਲਾ ਜਿਹੜਾ ਬੱਚਾ ਪਾਸ ਗਿਣਿਆ ਜਾਊਗਾ। ਇਹ ਪੜ੍ਹਾਈ ਦਾ ਤੇ ਇਹ ਸਿੱਖਿਆ ਨੀਤੀ ਦਾ ਘਾਣ ਨਹੀਂ ਤੇ ਹੋਰ ਕੀ ਆ? ਕਿ ਇਹਨਾਂ ਹਾਲਾਤਾਂ ਦੇ ਵਿੱਚ 20% ਬੱਚੇ ਜਿਹੜੇ ਸਾਡੇ ਨੰਬਰ ਲੈਂਦੇ ਆ, ਉਹ ਇਹਨਾਂ ਹਾਲਾਤਾਂ ਦੇ ਵਿੱਚ ਅੱਗੇ ਕਿਸੇ ਕੰਪੀਟੀਸ਼ਨ ਦੇ ਵਿੱਚ, ਕਿਸੇ ਮੁਕਾਬਲੇ ਦੇ ਵਿੱਚ ਅੱਗੇ ਨਿਕਲ ਸਕਦੇ ਆ?
ਇਹ ਸਾਡਾ ਸਰੋਤ ਜਿਹੜਾ ਪੰਜਾਬ ਦੀ ਤਰੱਕੀ ਦਾ ਸਾਡੇ ਕੋਲ ਤੀਜਾ ਸਰੋਤ ਸੀਗਾ। ਇਨਕਲਾਬ, ਦਲੇਰ ਤੇ ਪੜ੍ਹੇ ਲਿਖੇ ਬੱਚੇ ਸਰਕਾਰ ਨੇ ਹੌਲੀ ਹੌਲੀ ਉਹ ਵੀ ਖਤਮ ਕਰਕੇ ਰੱਖ ਦਿੱਤੇ। ਤਿੰਨ ਸਰੋਤ ਤਰੱਕੀ ਦੇ, ਆ ਤਿੰਨੇ ਸਰੋਤ ਤਰੱਕੀ ਦੇ ਨਾਲ ਖਤਮ ਕਰਨ ਤੋਂ ਬਾਅਦ ਕੀ ਐਗਰੀਕਲਚਰ, ਕੀ ਟੂਰਿਜ਼ਮ ਤੇ ਕੀ ਮਤਲਬ ਆ ਜਿਹੜਾ ਸਾਡੀ ਜਵਾਨੀ ਦਾ ਸਰੋਤ ਸੀਗਾ ਪੜ੍ਹਾਈ, ਇਹ ਸਾਰੇ ਖਤਮ ਕਰਨ ਤੋਂ ਬਾਅਦ ਸਾਡੇ ਕੋਲ ਅਖੀਰਲਾ ਜਿਹੜਾ ਸਰੋਤ ਬਚਿਆ ਉਹ ਸੀਗਾ ਐਗਰੀਕਲਚਰ, ਖੇਤੀਬਾੜੀ। ਕਿਸਾਨ ਖੁਸ਼ਹਾਲ ਹੁੰਦਾ ਸੀਗਾ ਤੇ ਪੰਜਾਬ ਦਾ ਵਪਾਰ ਚੱਲਦਾ ਸੀਗਾ, ਪੰਜਾਬ ਦਾ ਵਪਾਰ ਖੁਸ਼ਹਾਲ ਹੁੰਦਾ ਸੀਗਾ। ਉਹ ਵੀ ਨਵੇਂ ਕਾਨੂੰਨ ਬਣਾ ਕੇ ਸਰਕਾਰ ਨੇ ਸਾਰੇ ਜਿਹੜੇ ਕਿਸਾਨ ਆ ਉਹ ਸੜਕਾਂ ਦੇ ਉੱਤੇ ਲੈਣ ਦੇ। ਅੱਜ ਤੁਹਾਡੇ ਸਾਹਮਣੇ ਜਿਹੜਾ ਇਹ ਖੇਤੀ ਕਾਨੂੰਨ ਹੈ ਉਹਦੇ ਉੱਤੇ ਕਿੱਥੇ ਕਿੱਥੇ ਮੁਜ਼ਾਹਰੇ ਤੇ ਕਿੰਨਾ ਸੰਘਰਸ਼ ਕਰਨਾ ਪੈਣ ਡਿਆ। ਜਦੋਂ ਮੈਂ ਵੀ ਗੱਲ ਕਰਨ ਲੱਗਾ ਕਿ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀਗਾ ਤੇ ਦੁਨੀਆ ਭਰ ਤੋਂ ਪੂਰਾ ਜਿਹੜਾ ਉਹ ਸਮਰਥਨ ਮਿਲਿਆ ਸੀਗਾ ਕਿਸਾਨਾਂ ਨੂੰ। ਮੈਂ ਉਦੋਂ ਵੀ ਕਿਹਾ ਸੀਗਾ ਕਿ ਇਹ ਮੁੱਦਾ ਇੰਨਾ ਦੁਨੀਆ ਨੇ ਪਿਆਰ ਵਿਖਾਇਆ, ਇੰਨਾ ਸਤਿਕਾਰ ਵਿਖਾਇਆ, ਇੰਨਾ ਜੋਸ਼ ਵਿਖਾਇਆ ਵਾ, ਇਹ ਮੁੱਦਾ ਜਿਹੜਾ ਛੇਤੀ ਤੋਂ ਛੇਤੀ ਹੱਲ ਹੋਣਾ ਚਾਹੀਦਾ ਵਾ। ਔਰ ਮੈਂ ਕਿਸਾਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਕੁਝ ਮੰਗਾਂ ਆਪਣੀਆਂ ਮਨਵਾਓ ਜਿਹਦੇ ਨਾਲ ਖੇਤੀ ਅਤੇ ਕਿਸਾਨ ਵੀ ਬਚਿਆ ਰਵੇ ਤੇ ਪੰਜਾਬ ਵੀ ਬਚਿਆ ਰਵੇ, ਤੇ ਕੁਝ ਉਹਨਾਂ ਦੀਆਂ ਮੰਨ ਕੇ ਮਸਲਾ ਜਿਹੜਾ ਛੇਤੀ ਤੋਂ ਛੇਤੀ ਹੱਲ ਹੋ ਜਾਣਾ ਚਾਹੀਦਾ। ਮੇਰੇ ਕਹਿਣ ਦਾ ਭਾਵ ਇਹ ਸੀਗਾ ਕਿ ਪੱਗ ਆਪਣੀ ਵੀ ਬਚੀ ਰਵੇ ਤੇ ਅਗਲੇ ਦੀ ਵੀ ਨਾ ਲੱਥੇ। ਇਹ ਤਰੀਕਾ ਜਿਹੜਾ ਮਤਲਬ ਮੈਂ ਇਹ ਕੋਸ਼ਿਸ਼ ਕੀਤੀ ਸੀ ਦੇਣ ਦੀ ਵੀ ਇਸ ਤਰੀਕੇ ਜਿਹੜਾ ਪੰਜਾਬ ਨੂੰ ਬਚਾ ਲਿਆ ਜਾਵੇ। ਨਹੀਂ ਤੇ ਕੇਂਦਰੀ ਸਰਕਾਰਾਂ ਦੇ ਕੋਲ ਬਹੁਤ ਸਾਰੀਆਂ ਏਜੰਸੀਜ਼ ਤੇ ਬਹੁਤ ਸਾਰੇ ਹੱਥ ਕੰਡੇ ਹੁੰਦੇ ਆ, ਇਹ ਉਹਨੂੰ ਅਪਣਾਉਣਾ ਸ਼ੁਰੂ ਕਰਨਗੇ ਤੇ ਇਹਦੇ ਨਾਲ ਸਾਡੇ ਇਸ ਅੰਦੋਲਨ ਨੂੰ, ਕਿਸਾਨੀ ਅੰਦੋਲਨ ਨੂੰ ਉਹ ਢਾਹ ਲਾਉਣੀ ਸ਼ੁਰੂ ਕਰ ਦੇਣਗੇ। ਤੇ ਅੱਜ ਤੁਸੀਂ ਦੇਖੋ ਅੱਜ ਪੰਜਾਬ ਦੇ ਹਾਲਾਤ ਕੀ ਬਣ ਗਏ। ਉਹੀ ਹੋ ਰਿਹਾ। ਲੜਨਾ ਸੀ ਕੇਂਦਰ ਦੇ ਨਾਲ ਸੀਗਾ, ਸਾਡੀ ਲੜਾਈ ਜਿਹੜੀ ਉਹ ਸਰਕਾਰ ਦੇ ਨਾਲ ਸੀ, ਜਿਹੜੀ ਕੇਂਦਰ ਸਰਕਾਰ ਦੀ ਸਰਕਾਰ ਆ, ਤੇ ਅਸੀਂ ਲੜਾਈ ਆਪਣੇ ਘਰ ਦੇ ਵਿੱਚ ਹੀ ਪਾ ਲਈ। ਮਤਲਬ ਕੇਂਦਰ ਦੀ ਬਜਾਏ ਪੰਜਾਬੀ ਨਾਲ ਲੜਨਾ ਸ਼ੁਰੂ ਹੋ ਗਿਆ। ਇਸ ਅੰਦੋਲਨ ਦੇ ਕਰਕੇ, ਇਸ ਅੰਦੋਲਨ ਦੇ ਵਿੱਚ ਕੋਈ ਅਕਾਲੀਆਂ ਦੇ ਗਲ ਪੈ ਰਿਹਾ, ਕੋਈ ਕਾਂਗਰਸੀਆਂ ਦੇ ਗਲ ਪੈ ਰਿਹਾ, ਕੋਈ ਭਾਜਪਾ ਵਾਲਿਆਂ ਦੇ ਗਲ ਪੈ ਰਿਹਾ ਤੇ ਕੋਈ ਝਾੜੂ ਵਾਲਿਆਂ ਦੇ ਗਲ ਪੈ ਰਿਹਾ। ਕਿਤੇ ਪੁਲਿਸ ਕੁੱਟੀ ਜਾ ਰਹੀ ਹੈ, ਕਿਤੇ ਪੁਲਿਸ ਲੋਕਾਂ ਨੂੰ ਕੁੱਟ ਰਹੀ ਹੈ। ਕੇਂਦਰ ਨਾਲ ਲੜਾਈ ਛੱਡ ਕੇ ਸਾਨੂੰ ਜਿਹੜਾ ਕੇਂਦਰ ਨੇ ਆਪਣੀ ਸਾਜ਼ਿਸ਼ ਦੇ ਤਹਿਤ ਸਾਡੇ 'ਚ ਹੀ ਲੜਨ ਮਰਨ ਲਈ ਸਾਨੂੰ ਇੱਕ ਦੂਜੇ ਨਾਲ ਢਾਹ ਦਿੱਤਾ। ਔਰ ਜਿਹੜਾ ਹੁਕਮਰਾਨ 200 ਸਾਲ ਤੋਂ ਲੱਗਾ ਸੀਗਾ ਵੀ ਅਸੀਂ ਆਪਸ ਦੇ ਵਿੱਚ ਲੜਦੇ ਮਰਦੇ ਨਹੀਂ ਸੀਗੇ, ਅੱਜ ਉਹਦੇ ਵਿੱਚ ਵੀ ਕਾਮਯਾਬ ਹੋ ਗਿਆ। ਅਸੀਂ ਆਪਣਾ ਜਿਹੜਾ ਇੱਥੇ ਇੱਕ ਦੂਜੇ ਨਾਲ ਹੀ ਲੜੀ ਜਾ ਰਹੇ ਹਾਂ। ਅੱਜ ਪੰਜਾਬ ਦੇ ਹਾਲਾਤ ਦੇਖ ਕੇ ਪੰਜਾਬ ਦੇ ਵਿੱਚ ਕੋਈ ਵੀ ਪੈਸੇ ਲਾਉਣ ਨੂੰ ਤਿਆਰ ਨਹੀਂ, ਕੋਈ ਇੱਥੇ ਇਨਵੈਸਟਰ ਆਉਣ ਨੂੰ ਤਿਆਰ ਨਹੀਂ। ਉਹ ਕਿੱਥੇ, ਉਹ ਜਿਹੜੇ ਇੱਥੇ ਹੈਗੇ ਆ ਉਹ ਇੱਥੇ ਰਹਿਣ ਨੂੰ ਤਿਆਰ ਨਹੀਂ। ਤੇ ਪੰਜਾਬ ਕੋਲ ਇੰਨੇ ਪੈਸੇ ਹੀ ਨਹੀਂ ਬਚੇ ਕਿ ਬੱਚਿਆਂ ਨੂੰ ਰੁਜ਼ਗਾਰ ਦੇ ਸਕੇ, ਲੋਕਾਂ ਨੂੰ ਰੋਟੀ ਦੇ ਸਕੇ। ਦੁਨੀਆ ਭਰ ਦੇ ਨਕਸ਼ੇ ਦੇ ਉੱਤੇ ਸਾਨੂੰ ਮਾੜਾ ਦਿਖਾਇਆ ਜਾ ਰਿਹਾ, ਸਾਡੇ ਪੰਜਾਬ ਦਾ ਮਾਹੌਲ ਮਾੜਾ ਦਿਖਾਇਆ ਜਾ ਰਿਹਾ। ਪੰਜਾਬ ਕੋਲ ਸਾਰੇ ਜਿੰਨੇ ਸਰੋਤ ਸੀਗੇ ਇੱਕ ਇੱਕ ਕਰਕੇ ਸਾਰੇ ਹੀ ਖੋਲੇ। ਟੂਰਿਜ਼ਮ, ਇੰਡਸਟਰੀ, ਜਵਾਨੀ ਤੇ ਆ ਹੁਣ ਐਗਰੀਕਲਚਰ ਵੀ ਇਹਨਾਂ ਜਿਹੜੀ ਉਹ ਖੋਣ ਦੀ ਕੋਸ਼ਿਸ਼ ਕੀਤੀ ਆ। ਕਦੀ ਵੀ ਤੁਸੀਂ ਪਿੱਛੇ ਇਤਿਹਾਸ ਪੜ੍ਹ ਲਓ, ਚਾਹੇ ਕੋਈ ਵੀ ਸਰਕਾਰ ਹੋਵੇ, ਕਾਂਗਰਸ ਹੋਵੇ, ਭਾਜਪਾ ਹੋਵੇ, ਪੰਜਾਬ ਦੇ ਨਾਲ ਕਦੀ ਵੀ ਜਿਹੜਾ ਕੇਂਦਰ ਆ ਉਹ ਸੁਹਿਰਦ ਨਹੀਂ ਰਿਹਾ। ਪੰਜਾਬ ਨਾਲ ਹਮੇਸ਼ਾ ਜਿਹੜਾ ਉਹ ਵਿਤਕਰਾ ਹੁੰਦਾ ਹੀ ਰਿਹਾ ਵਾ। ਪੰਜਾਬ ਦੀ ਮੈਂ ਤਰੱਕੀ, ਜੇ ਤਰੱਕੀ ਚਾਹੁੰਦੇ ਆ ਨਾ ਦੇਸ਼ ਦੇ ਹਾਕਮ, ਤੇ ਛੋਟਾ ਜਿਹਾ ਤਰੀਕਾ ਇਹਨਾਂ ਨੂੰ ਮੈਂ ਦੱਸ ਦਿੰਦਾ ਕਿ ਪੰਜਾਬ ਦੇ ਨਾਲ ਕੱਲਾ ਵਾਘਾ ਬਾਰਡਰ ਜਿਹੜਾ ਲੱਗਦਾ ਵਾ ਇਹਨੂੰ ਖੋਲ ਦਿਓ ਤੇ ਪੰਜਾਬ ਜਿਹੜਾ ਖੁਸ਼ਹਾਲ ਹੋ ਸਕਦਾ ਵਾ। ਜਿਹੜਾ ਮਾਲ ਆ ਬੰਬੇ ਤੋਂ ਕਰਾਚੀ ਜਾਂਦਾ, ਹੈਦਰਾਬਾਦ ਥਾਣੀ ਜਾਂਦਾ, 2500 ਕਿਲੋਮੀਟਰ ਦਾ ਵਾਇਆ ਪੈਂਦਾ ਵਾ। ਕੀ ਗੱਲ ਉਹ 40 ਕਿਲੋਮੀਟਰ ਤੋਂ ਨਹੀਂ ਇੱਥੋਂ ਭੇਜਿਆ ਜਾ ਸਕਦਾ? ਪਰ ਕੋਈ ਚਾਹੁੰਦਾ ਹੀ ਨਹੀਂ ਕਿ ਪੰਜਾਬ ਤਰੱਕੀ ਕਰੇ। ਜੇ ਉਹ ਬਾਰਡਰ ਖੁੱਲ ਜਾਂਦਾ, ਪੰਜਾਬ ਬਿਜ਼ਨਸ ਹੱਬ ਵੀ ਬਣਦਾ, ਪੰਜਾਬ ਜਿਹੜਾ IT ਹੱਬ ਵੀ ਬਣਦਾ। ਪੰਜਾਬ 'ਚ ਰੁਜ਼ਗਾਰ ਲਈ ਕੋਈ ਵੀ ਬਾਹਰੋਂ ਦੁਨੀਆ ਇੱਥੇ ਆ ਕੇ ਕਾਰੋਬਾਰ ਮੰਗੂਗੀ ਜੇ ਕੱਲਾ ਬਾਰਡਰ ਖੁੱਲ ਸਕਦਾ ਵਾ ਤੇ। ਪਰ ਪੰਜਾਬ ਨੂੰ ਦੁਨੀਆ ਭਰ ਦੇ ਵਿੱਚ ਡਿਸਟਰਬ ਵਿਖਾਇਆ ਜਾਂਦਾ। ਬਾਕੀ ਸਾਰੇ ਏਰੀਆ ਤੋਂ ਬਾਰਡਰ ਖੋਲ੍ਹੇ ਆ ਹਿੰਦੁਸਤਾਨ ਦੀਆਂ ਸਟੇਟਾਂ ਤੋਂ, ਕੇਵਲ ਪੰਜਾਬ ਤੋਂ ਨਹੀਂ ਖੋਲ੍ਹਿਆ ਜਾ ਸਕਦਾ ਕਿਉਂਕਿ ਇਹ ਲੋਕ ਵਪਾਰ ਨਾ ਕਰ ਸਕਣ, ਇਹ ਲੋਕ ਖੁਸ਼ਹਾਲ ਨਾ ਹੋ ਸਕਣ। ਕਿਉਂਕਿ ਇਹ ਲੋਕ ਜੇ ਖੁਸ਼ਹਾਲ ਹੋਣਗੇ ਤੇ ਆਪਣੇ ਹੱਕਾਂ ਲਈ ਲੜਦੇ ਆ, ਮਰਦੇ ਆ, ਜਿਹੜਾ ਕੇਂਦਰ ਨੂੰ ਕਦੀ ਵੀ ਬਰਦਾਸ਼ਤ ਨਹੀਂ ਹੋਇਆ। ਨਾ ਅੰਗਰੇਜ਼ਾਂ ਨੂੰ ਬਰਦਾਸ਼ਤ ਹੁੰਦਾ ਸੀਗਾ, ਨਾ ਉਹ ਮੁਗਲਾਂ ਨੂੰ ਬਰਦਾਸ਼ਤ ਹੁੰਦਾ ਸੀਗਾ, ਤੇ ਨਾ ਇਹ ਜਿਹੜੇ ਅੰਗਰੇਜ਼ ਆ ਉਹਨਾਂ ਨੂੰ ਬਰਦਾਸ਼ਤ ਹੁੰਦਾ। ਇਹ ਬਾਰਡਰ ਕਿਉਂ ਨਹੀਂ ਖੁੱਲ ਰਿਹਾ? ਜੇ ਚਿੱਟੇ ਦਾ ਵਪਾਰ ਤੇ ਚੋਰੀ, ਚਿੱਟੇ ਦਾ ਤੇ ਹਥਿਆਰਾਂ ਦਾ ਵਪਾਰ ਚੋਰੀ ਪੰਜਾਬ ਦੇ ਵਿੱਚ ਹੋ ਸਕਦਾ ਬਾਰਡਰ ਥਾਣੀ, ਤੇ ਫਿਰ ਬਦਾਮਾਂ ਕਾਜੂਆਂ ਦਾ ਵਪਾਰ ਇੱਕ ਨੰਬਰ 'ਚ ਪੰਜਾਬ 'ਚ ਕਿਉਂ ਨਹੀਂ ਹੋ ਸਕਦਾ? ਇਹ ਸਾਜ਼ਿਸ਼ਾਂ ਨਹੀਂ ਤੇ ਕੀ ਆ? ਕਿਹੜੀ ਚੀਜ਼ ਆ ਜਿਹੜੀ ਪਾਕਿਸਤਾਨੋਂ 2 ਨੰਬਰ 'ਚ ਨਹੀਂ ਆਉਂਦੀ ਜਾਂ ਅਫਗਾਨਿਸਤਾਨੋਂ 2 ਨੰਬਰ 'ਚ ਨਹੀਂ ਆਉਂਦੀ? ਤੇ ਜਿਹੜਾ ਸਾਡੇ ਦੇਸ਼ ਦਾ ਮਾਲ ਜਾਣਾ ਵਾ, ਜੇ ਉਹੀ ਜਾਣਾ ਸ਼ੁਰੂ ਹੋ ਜਾਵੇ ਤੇ ਅੱਜ ਪੰਜਾਬ ਦੀ ਖੁਸ਼ਹਾਲੀ ਦਾ ਜਿਹੜਾ ਰਾਜ ਆ, ਪੰਜਾਬ ਉਹ ਜਿਹੜੀ ਚਾਬੀ ਆ ਪੰਜਾਬ ਨੂੰ ਮਿਲ ਸਕਦੀ ਆ। ਕਿਉਂਕਿ ਪੰਜਾਬ ਦੇ ਬਾਰੇ ਕੇਂਦਰ ਫਿਰ ਕਦੀ ਸੁਹਿਰਦ ਨਹੀਂ ਹੋਇਆ। ਸਾਡੇ ਜਿਹੜੇ ਸੱਤਾਧਾਰੀ ਕਦੀ ਸੁਹਿਰਦ ਨਹੀਂ ਹੋਏ। ਉਹ ਤੇ ਚਾਹੁੰਦੇ ਆ ਕਿ ਪੰਜਾਬ ਦੇ ਬੱਚੇ ਜਾਂ ਤੇ ਬਾਹਰ ਚਲੇ ਜਾਣ ਤੇ ਜਾਂ ਜਿਹੜੇ ਉਹ ਹਥਿਆਰ ਚੁੱਕ ਲੈਣ।
ਔਰ ਪੰਜਾਬ ਜਿਹੜਾ ਅੱਜ ਇਹਨਾਂ ਇਸੇ ਕੰਢੇ ਦੇ ਉੱਤੇ ਆ ਗਿਆ, ਇਸੇ ਸੋਚ ਜਿਹੜੀ ਉਹਨਾਂ ਸਾਡੇ ਲਈ ਅਪਣਾਈ ਸੀ ਉਹਦੇ ਉੱਤੇ ਉਹ ਮਤਲਬ ਉਹਦੇ ਉੱਤੇ ਤੁਰਨਾ ਸ਼ੁਰੂ ਹੋ ਗਿਆ। ਪੰਜਾਬ ਤਬਾਹ ਹੋ ਰਿਹਾ ਔਰ ਕੇਂਦਰ ਸਾਡਾ ਤਮਾਸ਼ਾ ਦੇਖ ਰਿਹਾ। ਇੱਥੇ ਰੋਜ਼ ਮੈਂ ਖਬਰਾਂ ਸੁਣਦਾ, ਕੋਈ ਕਹਿੰਦਾ ਜੀ ਇਹ ਝਗੜੇ ਕਰਾ ਰਹੇ ਆ, ਰਾਸ਼ਟਰਪਤੀ ਰਾਜ ਲਾ ਦੇਣਾ ਵਾ। ਰਾਸ਼ਟਰਪਤੀ ਰਾਜ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਵੀ ਫਰਵਰੀ ਤੱਕ ਪੰਜਾਬ 'ਚ ਰਾਸ਼ਟਰਪਤੀ ਰਾਜ ਨਹੀਂ ਲੱਗ ਸਕਦਾ, ਕਿਉਂਕਿ ਕਾਂਗਰਸ ਕੋਲ ਮੇਜਰ ਜਿਹੜੀ ਉਹ ਮੈਜੋਰਟੀ ਆ। ਔਰ ਇਹ ਫਰਵਰੀ 'ਚ ਇਹ ਹੋ ਸਕਦਾ ਵੀ ਫਰਵਰੀ 'ਚੋਂ ਚੋਣਾਂ ਕਰਾਉਣ ਹੀ ਨਾ, ਪੰਜਾਬ ਨੂੰ ਉਹ ਡਿਸਟਰਬ ਵਿਖਾਉਣ ਔਰ ਪੰਜਾਬ ਦੇ ਹਾਲਾਤ ਜਿਹੜੇ ਉਹ ਜੰਮੂ ਕਸ਼ਮੀਰ ਵਾਲੇ ਬਣਨ ਨੂੰ ਤੁਹਾਡੇ ਤਿਆਰ ਹੋ ਗਏ। ਔਰ ਗਲਤੀ ਸਾਡੀ ਵੀ ਆ, ਸਾਡੇ ਹੁਕਮਰਾਨਾਂ ਦੀ ਵੀ ਆ ਵੀ ਅਸੀਂ ਵੀ ਇਹਨਾਂ ਨੂੰ ਕਦੀ ਆਪਣੇ ਦਿਲੋਂ ਸੁਹਿਰਦਤਾ ਨਾਲ ਲਿਆ ਹੀ ਨਹੀਂ ਵੀ ਇਹ ਸਾਡੇ ਲਈ ਕੁਝ ਕਰਦੇ ਆ ਕਿ ਨਹੀਂ ਕਰਦੇ। ਇਹਨਾਂ ਦੇ ਉੱਤੇ ਕਦੀ ਇਹਦੀ ਵਿਚਾਰ ਕੀਤਾ ਹੀ ਨਹੀਂ। ਮੈਂ ਹੁਣ ਵੀ ਪੰਜਾਬੀਆਂ ਨੂੰ ਕਹਿਣਾ ਕਿ ਹੁਣ ਵੀ ਸੰਭਲੋ। ਮੈਂ ਅਖੀਰ 'ਚ ਤੁਹਾਨੂੰ ਕਹਿਣਾ ਵੀ ਹੁਣ ਵੀ ਬਾਜੋ। ਸਾਡਾ ਅੱਜ ਜਿਹੜਾ ਘਾਣ ਤੇ ਸਾਡਾ ਜਿਹੜਾ ਖਾਤਮਾ ਹੋਇਆ ਵਾ ਨਾ, ਉਹਦਾ ਇੱਕ ਹੀ ਕਾਰਨ ਆ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਾਨੂੰ ਕੋਈ ਚੰਗਾ ਸ਼ਾਸਕ ਨਹੀਂ ਮਿਲਿਆ, ਸਾਨੂੰ ਲੁੱਟਣ ਵਾਲੇ ਤੇ ਕੁੱਟਣ ਵਾਲੇ ਲੋਕ ਮਿਲੇ ਆ। ਉਹਦੇ ਵਰਗਾ ਰਾਜ ਉਹਦੇ ਵਰਗਾ ਤੇ ਆ ਹੀ ਨਹੀਂ ਸਕਦਾ, ਪਰ ਉਹਦੀ ਸੋਚ ਦੇ ਉੱਤੇ ਪਹਿਰਾ ਦੇਣ ਵਾਲਾ ਵੀ ਕੋਈ ਨਹੀਂ ਮਿਲਿਆ। ਜੋ ਉਹਨਾਂ ਦੀ ਸੋਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਲੈ ਕੇ ਤੁਰੀ ਸੀ, ਮੁਗਲਾਂ ਦੀ, ਅੰਗਰੇਜ਼ਾਂ ਦੀ ਤੇ ਸਾਡੇ ਹਾਕਮਾਂ ਦੀ, ਅੱਜ ਉਹਨਾਂ ਦੇ ਮਨਸੂਬੇ ਜਿਹੜੇ ਉਹ ਪੂਰੇ ਹੁੰਦੇ ਨਜ਼ਰ ਆ ਰਹੇ ਆ। ਤੇ ਜੇ ਹੁਣ ਵੀ ਨਾ ਅਸੀਂ ਸੰਭਲੇ ਤੇ ਮੇਰੇ ਖਿਆਲ ਦੇ ਵਿੱਚ ਇਸ ਤੋਂ ਬਾਅਦ ਪੰਜਾਬ ਦਾ ਅੰਤ ਜਿਹੜਾ ਉਹ ਨਿਸ਼ਚਿਤ ਆ। ਕੋਈ ਇੱਥੇ ਬੱਚੇ ਨਹੀਂ ਮਿਲਣੇ ਤੇ ਕੋਈ ਇੱਥੇ ਕਾਰੋਬਾਰ ਨਹੀਂ ਮਿਲਣਾ। ਸਾਨੂੰ ਵੀ ਜੰਮੂ ਕਸ਼ਮੀਰ ਵਾਂਗੂ ਜਿਹੜੇ ਸਰਕਾਰ ਦੇ ਰਹਿਮੋ ਕਰਮ ਦੇ ਉੱਤੇ ਜੀਣਾ ਪਿਆ ਕਰੂਗਾ ਵੀ ਕਦੋਂ ਚੌਲ ਸਸਤੇ ਮਿਲਦੇ ਆ, ਕਦੋਂ ਬੱਤੀ ਫ੍ਰੀ ਮਿਲਦੀ ਆ ਤੇ ਕਦੋਂ ਸਾਡਾ ਰਾਸ਼ਨ ਜਿਹੜਾ ਕੇਂਦਰ ਤੋਂ ਪਾਸ ਹੋ ਕੇ ਆਉਂਦਾ ਵਾ ਤੇ ਉਹ ਅਸੀਂ ਖਾ ਸਕੀਏ। ਅੱਜ ਵੀ ਸੋਚੋ ਵਿਚਾਰੋ। ਮੈਂ ਕਹਿ ਕੇ ਲੈਣਾ ਸਮਾਪਤੀ ਕਰਨ ਲੱਗਾ ਕਿ ਸਾਨੂੰ ਚੰਗਾ ਜਿਹੜਾ ਸ਼ਾਸਕ ਨਹੀਂ ਮਿਲਿਆ। ਮੈਂ ਸ਼ੁਰੂਆਤ ਵੀ ਜੰਗਨਾਮੇ ਤੋਂ ਕੀਤੀ ਸੀਗੀ, ਜਿਹੜਾ ਸ਼ਾਹ ਮੁਹੰਮਦ ਹੋਣਾ ਲਿਖਿਆ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ, ਔਰ ਦੂਜਾ ਦੇ ਵਿੱਚੋਂ ਮੈਂ ਪਹਿਰਾ ਬੋਲ ਕੇ ਸਮਾਪਤੀ ਕਰਨ ਲੱਗਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਮੇਰੇ ਵੀਰੇ ਗੁੱਸਾ ਨਾ ਕਰ ਜਾਣ ਕਿ ਜੰਗ ਹਿੰਦ ਪੰਜਾਬ ਦਾ। ਹਿੰਦ ਪੰਜਾਬ ਉਦੋਂ ਹਿੰਦ ਅੰਗਰੇਜ਼ਾਂ ਦੇ ਹਵਾਲੇ ਸੀਗਾ, ਅੰਗਰੇਜ਼ ਰਾਜ ਕਰਦੇ ਸੀਗੇ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਜਿਹੜਾ ਉਹ ਲੜਾਈ ਚੱਲਦੀ ਸੀ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ। ਅੱਜ ਹੋਵੇ ਸਰਕਾਰ ਤੇ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਘੋੜੇ ਆਦਮੀ ਗੋਲਿਆਂ ਨਾਲ ਉੱਡਣ, ਹਾਥੀ ਢੈਂਦੇ ਸਣੇ ਅੰਬਾਰੀਆਂ ਨੇ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਆ ਰਹੀਆਂ ਨੇ, ਫੌਜਾਂ ਜਿੱਤ ਕੇ ਅੰਤ ਨੂੰ ਆ ਰਹੀਆਂ ਨੇ।